असलामुअलैकुम। ਜਿਹੜੇ ਬੰਦੇ ਤੇ ਮਾਲ ਡੰਗਰ ਦਾ ਸ਼ੌਕ ਰੱਖਦੇ ਨੇ ਉਹ ਮੇਰੀ ਗੱਲ ਨੂੰ ਬੜੀ ਅੱਛੀ ਤਰ੍ਹਾਂ ਸਮਝਣਗੇ। ਜਿਹੜੇ ਗਰੀਬ ਬੰਦੇ ਨੇ ਜੇ ਤੇ ਉਹਨਾਂ ਕੋਲ ਮਾਲ ਡੰਗਰ ਹੋਵੇ ਤੇ ਉਹਨਾਂ ਦਾ ਖਿਆਲ ਜਿਹੜਾ ਆਪਣੇ ਧੀਆਂ ਪੁੱਤਰਾਂ ਕਰਦੇ ਨੇ। ਜਿਨ੍ਹਾਂ ਨੂੰ ਨਸੀਬ ਨਹੀਂ ਹੁੰਦਾ ਤੇ ਉਹ ਤਰਸਦੇ ਰਹਿੰਦੇ ਨੇ ਮਾਲ ਡੰਗਰ ਕਾਸ਼ ਸਾਡੇ ਕੋਲ ਹੋਵੇ। ਜਵਾਨ ਕਹਿੰਦਾ ਨਾ ਸਾਡੇ ਕੋਲ ਗਾਂ ਨਾ ਮੱਝ ਨਾ ਵੱਛਾ ਕੋਈ ਸ਼ੈ ਨਹੀਂ ਸੀ। ਕਹਿੰਦਾ ਮੈਨੂੰ ਬੜਾ ਸ਼ੌਕ ਆਇਆ ਤੇ ਜਦੋਂ ਵੀ ਕੋਈ ਪਿੰਡ ਵਿੱਚ ਨਵੀਂ ਮੱਝ ਜਾਂ ਨਵੀਂ ਗਾਂ ਆਉਂਦੀ ਸੀ ਕਹਿੰਦਾ ਮੈਂ ਸਾਰਿਆਂ ਤੋਂ ਪਹਿਲਾਂ ਮੈਂ ਤੱਕਣ ਜਾਂਦਾ, ਹੱਥ ਫੇਰਦਾ ਉਹਨੂੰ ਤੇ ਮੈਨੂੰ ਪਤਾ ਲੱਗਦਾ ਗਾਂ ਕਿੰਜਦੀ ਹੈ ਤੇ ਮੱਝ ਕਿੰਜਦੀ ਹੈ। ਕਹਿੰਦਾ ਬੜਾ ਸ਼ੌਕ ਕਰੀਦਾ ਸੀ। ਲੇਕਿਨ ਹੋਇਆ ਕਹਿੰਦਾ ਇੱਕ ਦਿਨ ਇੰਝ ਕਿ ਵੱਡੇ ਭਾਈ ਦੀ ਸ਼ਾਦੀ ਹੋਈ ਤੇ ਭਾਬੀ ਨੂੰ ਉਹਦੇ ਘਰਦਿਆਂ ਨੇ ਗਾਂ ਦਿੱਤੀ। ਕਹਿੰਦਾ ਗਾਂ ਦਿੱਤੀ ਤੇ ਘਰ ਲੈ ਕੇ ਕਹਿੰਦਾ ਮੈਂ ਬੜਾ ਖੁਸ਼, ਚਲੋ ਸਾਡੇ ਘਰ ਵੀ ਜਾਨਵਰ ਆਇਆ। ਕਹਿੰਦਾ ਮੈਂ ਬੜੀ ਖਿਦਮਤ ਕੀਤੀ ਗਾਂ ਦੀ। ਕਹਿੰਦਾ ਪ੍ਰੋਬਲਮ ਇਹ ਸੀ ਕਿ ਘਰ 'ਚ ਕੋਈ ਵੀ ਜਿਹੜਾ ਉਹਦਾ ਦੁੱਧ ਨਹੀਂ ਸੀ ਪੀਂਦਾ। ਕਹਿੰਦਾ ਕੋਈ ਵੇਚਣ ਜਾਓ ਤੇ ਵਿਕਦਾ ਵੀ ਨਹੀਂ ਉਹਦਾ ਦੁੱਧ। ਕਹਿੰਦਾ ਮੈਂ ਭਾਈਏ ਨੂੰ ਆਖਿਆ ਕਿਉਂ ਨਾ ਅਸੀਂ ਗਾਂ ਵੇਚ ਕੇ ਤੇ ਮੱਝ ਲੈ ਆਈਏ। ਭਾਈਆ ਕਹਿੰਦਾ ਚੱਲ ਇੰਝ ਕਰ ਲੈਂਦੇ ਹਾਂ। ਕਹਿੰਦਾ ਮੈਂ ਲੈ ਕੇ ਗਾਂ ਜਿਹੜੀ ਆ ਨਾ ਮੰਡੀ ਟੁਰ ਗਿਆ। ਕਹਿੰਦਾ ਪਿੰਡ 'ਚੋਂ ਟੁਰ ਕੇ ਗਿਆ ਮੈਂ, ਉੱਥੇ ਤਕਰੀਬਨ 1.5 ਘੰਟਾ ਮੈਨੂੰ ਲੱਗਾ। ਕਹਿੰਦਾ ਮੈਂ ਮੰਡੀ ਲੈ ਕੇ ਗਿਆ, ਜਾ ਕੇ ਉੱਥੇ ਖਲੋਤਾ, ਕੋਈ ਰੇਟ ਲਵਾਇਆ, ਕੋਈ 2.5 ਲੱਖ ਲਾਏ, ਕੋਈ 2 ਲੱਖ ਲਾਏ ਤੇ ਮੱਝਾਂ ਦਾ ਜਿਹੜਾ 3 ਲੱਖ 3.5 ਲੱਖ ਰੇਟ ਆਇਆ। ਕਹਿੰਦਾ ਇਹ ਤੇ ਗੱਲ ਨਹੀਂ ਬਣਨੀ ਜੇ ਮੈਂ ਗਾਂ ਵੇਚ ਦਿਆਂ। ਕਹਿੰਦਾ ਮੈਂ ਚੁੱਪ ਕਰਕੇ ਸ਼ਾਮੀ ਘਰ ਵਾਪਸ ਲੈਂਦੀ ਗਾਂ ਲਿਆ ਕੇ ਭਾਈਏ ਨੂੰ ਆਖਿਆ ਕਿ ਮੱਝ ਤੇ ਬੜੀ 3 ਲੱਖ 3.5 ਲੱਖ ਦੀ ਹੈ ਤੇ ਗਾਂ 2 2.5 3 ਤੱਕ ਵਿਕਦੀ ਹੈ ਬੜੀ ਔਖੀ ਹੋ ਕੇ, ਤੇ ਮੱਝਾਂ ਚੰਗੀ ਜਿਹੜੀ ਉਹ 3.5 ਲੱਖ ਤੱਕ ਲੱਭਦੀ ਹੈ। ਕਹਿੰਦਾ ਭਾਈਏ ਨੇ ਰੁਪਈਆ 50,000 ਦਿੱਤਾ, ਉਹਨੇ ਇਕੱਠਾ ਕੀਤਾ ਸੀ। ਉਹਨੇ ਆਖਿਆ ਲੈ ਜਾ ਤੇ ਤੂੰ ਮੱਝ ਲੈ ਆਇਆ। ਕਹਿੰਦਾ ਮੈਂ ਗਿਆ ਉੱਥੇ ਨਾਲ ਗਾਂ ਫੇਰ ਪਾਈ ਪੱਬੀ ਦੇ ਵਿੱਚੋਂ ਤੀ। ਕਹਿੰਦਾ ਉੱਥੇ ਮੰਡੀ ਲੈ ਗਿਆ, ਮੰਡੀ ਜਾ ਕੇ ਉੱਥੇ ਖਲਾਈ ਰੱਖੀ। ਇੱਧਰ ਦੇਖ ਬੰਦੇ ਆ ਕੇ ਰੇਟ ਪੁੱਛਣ। ਕਹਿੰਦਾ ਇੱਕ ਮੱਝ ਸੀ ਖਲੋਤੀ, ਕਹਿੰਦਾ ਬੜੀ ਉਹਦੀ ਖੀਰੀ ਸੀ। ਕਹਿੰਦਾ ਮੈਂ ਤਾਕੇ ਨਾਲ ਉਹਦੇ ਤੇ ਹੱਥ ਛੱਤ ਫੇਰਿਆ ਤੇ ਮੈਨੂੰ ਬੜੀ ਪਸੰਦ ਆਈ। ਕਹਿੰਦਾ ਮੈਂ ਤੱਕਣ ਲੱਗਿਆ ਤੇ ਉਹ ਬੰਦਾ ਮੈਨੂੰ ਕਹਿੰਦਾ ਉਹਨੇ ਹੱਥ ਮੇਰੇ 'ਚ ਗਾਂ ਵੀ ਤੱਕੀ ਸੀ। ਕਹਿੰਦਾ ਕੀ ਗੱਲ ਆ ਭਾਈ ਪਸੰਦ ਜੇ? ਕਹਿੰਦਾ ਆਹੋ ਯਾਰ ਮੱਝ ਤੇ ਤੇਰੀ ਬੜੀ ਚੰਗੀ ਹੈ। ਕਹਿੰਦਾ ਮੈਂ ਆ ਭਾਈ ਬੜੇ ਲਾਡਾਂ ਨਾਲ ਰੱਖੀ ਆ, ਇਹਨੂੰ ਬਚਪਨ ਤੋਂ ਪਾਲੇ ਆ ਤੇ ਬੜਾ ਇਹਦਾ ਹਿਆਰ ਰੱਖਿਆ। ਕਹਿੰਦਾ ਪਰ ਲੈ ਮੱਝ ਵੀ ਤੁਹਾਡੀ ਤਾਂ ਸੋਹਣੀ ਹੈ ਨਾ। ਕਹਿੰਦਾ ਤੁਸਾਂ ਲੈਣੀ ਹੈ? ਕਹਿੰਦਾ ਜਾ ਲੈਣੀ ਤੇ ਹੈ ਮੱਝ, ਲੇਕਿਨ ਪਹਿਲਾਂ ਅਸਾਂ ਗਾਂ ਵੇਚਣੀ ਹੈ। ਤੁਸਾਂ ਗਾਂ ਕਿੰਨੇ ਦੀ ਦੇਣੀ ਹੈ? ਕਹਿੰਦਾ 3 ਲੱਖ ਦੀ। ਉਹਨੇ ਕਿਹਾ ਬਹੁਤ ਜ਼ਿਆਦਾ ਰੇਟ ਹੈ। ਕਹਿੰਦਾ ਮੱਝ ਤੁਸੀਂ ਕਿੰਨੇ ਦੀ ਦੇਣੀ ਹੈ? ਕਹਿੰਦਾ ਮੱਝ ਅਸਾਂ 4 ਲੱਖ ਦੀ ਦੇਣੀ ਹੈ। ਉਹਨੇ ਕਿਹਾ 4 ਲੱਖ ਸਾਡੇ ਤੋਂ ਉੱਤੇ ਤੀ ਆ, ਇੰਨੇ ਦੀ ਮੈਂ ਨਹੀਂ ਖਰੀਦ ਸਕਦਾ। ਉਹਨੇ ਆਖਿਆ ਤੁਸੀਂ ਕਿੰਨੇ ਦਿੰਦੇ ਹੋ? ਉਹਨੇ ਆਖਿਆ ਭਾਈ ਮੇਰੇ ਕੋਲ ਕੋਈ ਗਾਂ ਲੈ ਲੈ ਤੇ ਰੁਪਈਆ 50,000 ਲੈ ਲੈ ਤੇ ਫੇਰ ਜਿਹੜਾ ਕੰਮ ਬਣਦਾ। ਉਹਨੇ ਆਖਿਆ ਠੀਕ ਹੈ। ਉਹਨਾਂ ਪਰਚੀ ਵੀ ਕੋਈ ਨਾ ਕਟਾਈ ਮੰਡੀ 'ਚੋਂ, ਇੰਝ ਕੀਤਾ। ਉਹਨੇ ਆਖਿਆ ਭਾਈ ਬਾਹਰ ਆ ਜਾਓ। ਬਾਹਰ ਲੈ ਗਏ ਮੱਝ, ਉੱਥੋਂ ਜਾ ਕੇ ਉਹਨੂੰ ਮੱਝ ਲਈ ਇਹਨੇ ਤੇ ਗਾਂ ਉਹਨੂੰ ਦੇ ਕੇ ਰੁਪਈਆ 50,000 ਦੇ ਕੇ ਤੇ ਮੱਝ ਲਈ ਪੱਬੀ 'ਚੋਂ ਪਾਈ ਤੇ ਘਰ ਲੈਣ ਦੀ। ਜਿਸ ਵੇਲੇ ਘਰ ਲੈ ਕੇ ਆਇਆ ਸਾਰੇ ਪਿੰਡ ਵਾਲੇ ਤੱਕ ਉਹ ਹੋ ਬੜੀ ਮੱਝ ਲਿਆਂਦੀ ਹੈ ਵੀ ਜਵਾਨ ਨੇ, ਬੜਾ ਹੀ ਸਿਆਣਾ ਮੁੰਡਾ। ਮੱਝ ਤਾਂ ਕਿ ਉਹਨੇ ਖੀਰੀ ਢੇਰ ਸੀ ਉਹਦੀ। ਕਹਿੰਦਾ ਬੜੀ ਸੋਹਣੀ ਸੁਥਰੀ ਮੱਝ ਆ, ਤੇਲ ਸ਼ੇਲ ਨਾਲ ਚਮਕਾਈ ਸੀ ਮੱਝ। ਕਹਿੰਦਾ ਬੜੀ ਸੋਹਣੀ ਮੱਝ ਆ। ਭਾਈਆ ਵੀ ਤਾਂ ਕੇ ਖੁਸ਼ ਹੈ, ਕਹਿੰਦਾ ਸ਼ਾਬਾਸ਼ ਬੜੀ ਸੋਹਣੀ ਲਿਆਂਦੀ ਆ। ਕਹਿੰਦੇ ਅੱਗੂ ਜਿਸ ਸ਼ਾਮੀ ਅਸੀਂ ਉਹਨੂੰ ਚੋਣ ਲਗੇ, ਚੋਇਆ ਤੇ ਤਕਰੀਬਨ ਅੱਧਾ ਕਿਲੋ ਨੇ ਦੁੱਧ ਦਿੱਤਾ। ਕਹਿੰਦਾ ਮੈਂ ਪਰੇਸ਼ਾਨ ਵੀ ਇਹ ਕੀ ਗੱਲ ਆ ਦੁੱਧ ਨਹੀਂ ਨੇ ਦਿੱਤਾ। ਕਹਿੰਦਾ ਇੱਕ ਤਾਂ ਬਜ਼ੁਰਗ ਸੀ ਉੱਥੇ ਪਿੰਡ ਦੇ, ਉਹਨਾਂ ਨੂੰ ਪੁੱਛਿਆ, ਉਹਨਾਂ ਕਿਹਾ ਨਾ ਮੱਝ ਟੁਰ ਕੇ ਆਈ ਹੈ ਨਾਲੇ ਉਪਰਿਆਂ ਕਰਦੀ ਹੈ ਵੀ ਥੋੜ੍ਹਾ ਜਿਹਾ ਠਹਿਰ ਜਾਓ ਤਾਂ ਮੱਝ ਠੀਕ ਹੋ ਜਾਏਗੀ। ਕਹਿੰਦਾ ਮੈਂ ਕਿਹਾ ਹੋ ਸਕਦਾ। ਕਹਿੰਦਾ ਬਾਹਰ ਰਾਤੀ ਮੈਂ ਸੁੱਤਾ ਕੋ ਨਾ, ਕਿਉਂਕਿ ਮੱਝ ਮੈਂ ਲੈਂਦੀ ਸੀ, ਮੈਨੂੰ ਸ਼ੌਕ ਬੜਾ ਸੀ। ਕਹਿੰਦਾ ਮੈਂ ਉਹਨੂੰ ਹੱਥ ਫੇਰ ਮਾਲਿਸ਼ ਕਰ, ਉਹਨੂੰ ਖਲ ਛਲ ਪਾਈ। ਕਹਿੰਦਾ ਬੜੀ ਉਹਦੀ ਖਿਦਮਤ ਕੀਤੀ। ਸੁਬਾਹ ਮੈਂ ਕਿਹਾ ਚੋਨਾ। ਕਹਿੰਦਾ ਸੁਬਾਹ ਚੋਇਆ ਤਾਂ ਫੇਰ ਪਾ ਸਾਰਾ ਦੁੱਧ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਮੱਝ ਦੁੱਧ ਕਿਉਂ ਨਹੀਂ ਦਿੰਦੀ ਪਈ? ਕਹਿੰਦਾ ਫਿਰ ਉਹ ਬਜ਼ੁਰਗਾਂ ਨੂੰ ਬੁਲਾਇਆ, ਚੰਗੇ ਸਿਆਣੇ ਸੀ, ਮੱਝਾਂ ਸ਼ੱਝਾਂ ਤੱਕਦੇ ਸੀ। ਕਹਿੰਦਾ ਉਹਨਾਂ ਨੂੰ ਮੈਂ ਬੁਲਾਇਆ, ਮੈਂ ਕਿਹਾ ਕੀ ਇਹ ਮੱਝ ਨੂੰ? ਕਹਿੰਦਾ ਮੱਝ ਇਹ ਉਪਰਿਆਂ ਵੀ ਕਰਦੀ ਹੈ, 1-2 ਦਿਨ ਠਹਿਰ ਜਾ ਤੇ ਮੱਝ ਠੀਕ ਹੋ ਜਾਏਗੀ। ਕਹਿੰਦਾ ਮੈਂ ਕਿਹਾ ਚਲੋ ਇਹੀ ਗੱਲ ਹੋਣੀ ਹੈ। ਭਾਈਆ ਵੀ ਕਹਿੰਦਾ ਕੋਨਾ ਘਬਰਾ ਠੀਕ ਹੋ ਜਾਏਗੀ। ਕਹਿੰਦਾ ਮੈਂ ਚੁੱਪ ਹੋ ਗਿਆ। ਕਹਿੰਦਾ ਫਿਰ ਉਹਦੀ ਖਿਦਮਤ ਕਰਨੀ ਸ਼ੁਰੂ ਕਰ, ਮੇਰੇ ਕੋਲ ਹੋਰ ਕੋਈ ਕੰਮ ਨਹੀਂ ਸੀ ਮੱਝ ਤੋਂ ਇਲਾਵਾ। ਕਹਿੰਦਾ ਉਹਨੂੰ ਮੈਂ ਬਾਹਰ ਖੜਿਆ, ਘਾਹ ਚਗਾ ਕੇ ਲਿਆ ਕੇ ਚੰਗੀ ਉਹਨੂੰ ਮਾਲਿਸ਼ ਮੁਲਿਸ਼ ਕਰਦਾ ਸੀ ਮੈਂ। ਕਹਿੰਦਾ 2 ਦਿਨ ਫਿਰ ਗੁਜ਼ਰ ਗਏ, ਫਿਰ ਕੋਨਾ ਦੁੱਧ ਦੇ। ਉਹ ਸਾਰੇ ਪਰੇਸ਼ਾਨ ਹੋ ਗਏ, ਮੱਝ ਦੁੱਧ ਕਿਉਂ ਨਹੀਂ ਦੇਣ ਲੱਗੀ? ਕਹਿੰਦਾ ਫਿਰ ਇੰਝ ਕਰ ਰਿਹਾ ਵੀ ਕਿਸੇ ਹੋਰ ਡਾਕਟਰ ਕੋਲ ਲੈ ਜਾਣਾ। ਕਹਿੰਦਾ ਥੋੜ੍ਹੀ ਦੂਰ ਸਾਡੇ ਤੋਂ ਸ਼ਹਿਰ ਹੈ। ਕਹਿੰਦਾ ਉੱਥੇ ਮੱਝ ਖੜੀ ਟੋਰ ਕੇ, ਮੱਝ ਉੱਥੇ ਖੜੀ, ਉਹਨਾਂ ਚੈੱਕ ਕੀਤੀ। ਉਹਨੇ ਆਖਿਆ ਮੱਝ ਤੇ ਨਹੀਂ ਦੁੱਧ ਦੇਣ ਲਈ, ਇਹਨੇ ਇੰਨਾ ਹੀ ਦੇਣਾ। ਪਾ ਦਿੱਤਾ, ਕਿਤੇ ਦੇਣ ਵੀ ਨਹੀਂ ਲਈ। ਉਹਨਾਂ ਆਖਿਆ ਕਿਉਂ? ਉਹਨਾਂ ਆਖਿਆ ਮੱਝ ਆਈ ਬਿਮਾਰ ਹੈ। ਉਹਨਾਂ ਆਖਿਆ ਬਿਮਾਰ ਕਿਸ ਤਰ੍ਹਾਂ ਹੈ? ਇਹ ਤਾਂ ਮੱਝ ਚੰਗੀ ਭਲੀ ਹੈ। ਉਹਨਾਂ ਆਖਿਆ ਖੀਰੀ ਵੀ ਚੰਗੀ ਲਾਈ ਆ। ਉਹਨਾਂ ਆਖਿਆ ਖੀਰੀ ਦੇ ਜਿਹੜਾ ਉਹਨਾਂ ਨੇ ਟੀਕੇ ਲਾਏ ਨੇ, ਉਹਨੂੰ ਸੋਤ ਪਏ ਹੈ। ਅਤੇ ਕਹਿੰਦਾ ਇਹਨਾਂ ਟੀਕੇ ਲਾ ਕੇ ਇਹਨੂੰ ਮੱਝ ਨੂੰ ਚੋਂਦੇ ਰਹੇ ਨੇ, ਜਿਹਦੀ ਵਜ੍ਹਾ ਨਾਲ ਮੱਝ ਦੀਆਂ ਹੱਡੀਆਂ ਖਤਮ ਹੋ ਗਈਆਂ ਨੇ, ਹੱਡੀਆਂ 'ਚੋਂ ਵੀ ਦੁੱਧ ਨਿਕਲਦਾ ਰਿਹਾ। ਹੁਣ ਇਹ ਮੱਝ ਜਿਹੜੀ ਹੈ ਦੁੱਧ ਦੇ ਕਾਬਲ ਨਹੀਂ ਰਹੀ, ਤੁਸੀਂ ਜੋ ਮਰਜ਼ੀ ਕਰ ਲਓ। ਕਹਿੰਦਾ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਮੇਰੇ ਨਾਲ ਤਾਂ ਧੋਖਾ ਹੋ ਗਿਆ। ਕਹਿੰਦਾ ਆ ਕੇ ਭਾਈਏ ਨੂੰ ਦੱਸਿਆ ਤੇ ਭਾਈਆ ਕਹਿੰਦਾ ਤੂੰ ਤਾਂ 4 ਲੱਖ ਨੂੰ ਲਾਏ ਟੀਕਾ। ਕਹਿੰਦਾ ਉਹ ਗੁੱਸਾ ਕਰੇ ਮੇਰੇ ਤੇ ਘਰ ਦੇ ਬਚਾਉਣ ਮੈਨੂੰ ਵੀ ਚੱਲ ਛੱਡ ਦੇ। ਕਹਿੰਦਾ ਇਹਨੂੰ ਮੱਝ ਨੂੰ ਲੈ ਜਾ, ਜਿੱਥੋਂ ਲੈ ਕੇ ਆਏ ਉਹਨੂੰ ਵਾਪਸ ਕਰਕੇ ਆ। ਕਹਿੰਦਾ ਮੈਂ ਫਿਰ ਮੱਝ ਖੋਲੀ, ਨਾਲ ਮੁੰਡਾ ਖੜਿਆ ਉੱਥੋਂ ਪਿੰਡੂ। ਮੈਂ ਕਿਹਾ ਜਾ ਕੇ ਉੱਥੇ ਢੂੰਡਿਆ, ਬੰਦਾ ਕੋ ਨਾ ਲੱਭੇ। ਕਹਿੰਦਾ ਮੈਂ ਮੰਡੀ ਜਾ ਕੇ ਗੱਲ ਕੀਤੀ, ਇਸ ਤਰ੍ਹਾਂ ਤੂੰ ਮੈਂ ਮੱਝ ਖੜੀ ਹੈ। ਕਹਿੰਦਾ ਪਰਚੀ ਹੈ ਜੇ ਕੋਲ?
ਕਹਿੰਦਾ ਮੈਂ ਪਰਚੀ ਤੇ ਮੈਂ ਕੁਰਸੀ ਕਟਵਾਈ। ਉਹਨੇ ਕਿਹਾ ਤੁਹਾਨੂੰ ਪਤਾ ਤੁਹਾਡੇ ਤੇ ਮੈਂ ਕੇਸ ਵੀ ਕਰਾ ਸਕਣਾ, ਤੁਸੀਂ ਗੈਰ ਕਾਨੂੰਨੀ ਕੰਮ ਕੀਤਾ, ਜੇ ਤੁਸੀਂ ਮੰਡੀ ਦੇ ਵਿੱਚ ਕਰਦੇ ਫਿਰ ਬੰਦਾ ਧੋਖਾ ਨਹੀਂ ਤੁਹਾਡੇ ਨਾਲ ਕਰਨਾ। ਕਹਿੰਦਾ ਪਰ ਮੈਂ ਉਹਨੂੰ ਆਖਿਆ ਮੇਰੀ ਮਦਦ ਕਰੋ। ਉਹਨੇ ਆਖਿਆ ਕੋਈ ਮਦਦ ਨਹੀਂ ਤੇਰੀ ਹੋ ਸਕਦੀ। ਕਹਿੰਦਾ ਮੈਂ ਤੱਕਿਆ ਨਾਲ ਹੀ ਤੇ ਉਹੀ ਬੰਦਾ ਜਿਹਨੇ ਮੈਨੂੰ ਮੱਝ ਦਿੱਤੀ ਸੀ ਨਾ ਉਹ ਪਰਾਂ ਖਲੋਤਿਆ। ਮੈਂ ਕਿਹਾ ਭਾਈ ਇਹ ਬੰਦਾ। ਉਹਨੇ ਆਖਿਆ ਇਹ ਬੰਦਾ ਜਾਂ ਕੋਈ ਹੋਰ ਬੰਦਾ, ਤੂੰ ਕੁਝ ਵੀ ਨਹੀਂ ਕਰ ਸਕਦਾ। ਕਹਿੰਦਾ ਮੈਂ ਸਿੱਧਾ ਉਹਦੇ ਕੋਲ ਗਿਆ ਵੀ ਤੂੰ ਮੇਰੇ ਨਾਲ ਇਸ ਤਰ੍ਹਾਂ ਧੋਖਾ ਕੀਤਾ। ਉਹਨੇ ਆਖਿਆ ਜਾ ਜਾ ਕੰਮ ਕਰ, ਮੈਂ ਤੈਨੂੰ ਨਹੀਂ ਜਾਣਦਾ। ਕਹਿੰਦਾ ਢੇਰ ਉਹਦੇ ਨਾਲ ਬਹਿਸ ਕੀਤੀ, ਅੱਗੋਂ ਉਹ ਲੜਨ ਨੂੰ ਪਵੇ। ਕਹਿੰਦਾ ਮੈਂ ਚੁੱਪ ਕਰਕੇ ਬਾਹਰ ਨਿਕਲ ਆਇਆ ਤੇ ਮੈਂ ਕਿਹਾ ਹੁਣ ਮੈਂ ਕਰਾਂ ਕੀ। ਕਹਿੰਦਾ ਮੇਰਾ ਯਾਰ ਕਹਿੰਦਾ ਇਹਨਾਂ ਕੋ ਨਹੀਂ ਮੰਨਣਾ, ਤੂੰ ਇੰਝ ਕਰ ਇਹ ਮੱਝ ਨੂੰ ਪਰਾਂ ਖਿਲਾ ਤੇ ਇੱਕ ਮੱਝ ਇਹਨਾਂ ਦੀ ਹੋਰ ਆ ਤੂੰ ਖੋਲੀਏ ਤੇ ਲੈ ਕੇ ਨਿਕਲ ਜਾਈਏ। ਕਹਿੰਦਾ ਮੈਂ ਵੀ ਇਹ ਤਿਆਰ ਹੋ ਗਿਆ। ਕਹਿੰਦਾ ਜਾ ਕੇ ਜੂੰ ਹੀ ਉਹ ਪਰਾਂ ਗਿਆ ਨਾ ਆਰਾਮ ਸਕੂ ਨਾਲ ਮੱਝ ਖੋਲੀ, ਦੋਵੇਂ ਮੱਝਾਂ ਲੈ ਕੇ ਤੇ ਵਾਪਸ। ਕਹਿੰਦਾ ਪਿੰਡ ਆ ਗਏ, ਪਿੰਡ ਵਾਲਿਆਂ ਤੱਕਿਆ, ਉਹਨਾਂ ਆਖਿਆ ਜੀ ਮੱਝ ਲੈਣ ਦਿਓ। ਉਹਨਾਂ ਆਖਿਆ ਇਹ ਵੀ ਲੈ ਜਾਓ ਤੇ ਇਹ ਵੀ ਮੱਝ ਲੈ ਜਾਓ ਤੁਸੀਂ। ਐਸਾ ਉਹਨਾਂ ਨਾਲ ਗੱਲ ਪਈ। ਕਹਿੰਦਾ ਭਾਈ ਨੂੰ ਕੋ ਨਾ ਮੈਂ ਗੱਲ ਦੱਸੀ ਕਿ ਮੈਂ ਕੀ ਕਰਕੇ ਆਇਆ। ਕਹਿੰਦਾ ਬਹਰਹਾਲ ਉਹ ਮੱਝ ਜਿਹੜੀ 6-7 ਕਿਲੋ ਦੁੱਧ ਦਿੰਦੀ ਸੀ। ਕਹਿੰਦਾ ਬਹਰਹਾਲ ਸਾਡਾ ਜਿਹੜਾ ਨਾ ਗੁਜ਼ਾਰਾ ਠੀਕ ਹੋ ਗਿਆ। ਕੋਈ ਥੋੜ੍ਹਾ ਜਿਹਾ ਅਰਸਾ ਗੁਜ਼ਰਿਆ, ਮਹੀਨਾ ਸਾਰਾ, ਤੇ ਮੱਝ ਢੂੰਡਦੇ ਸਿੱਧੇ ਸਾਡੇ ਪਿੰਡ ਪਹੁੰਚ ਆਏ। ਕਹਿੰਦਾ ਜਿਸ ਵੇਲੇ ਪਿੰਡ ਪਹੁੰਚੇ ਉਹਨਾਂ ਆ ਕੇ ਤੱਕਿਆ ਤੇ ਉਹਨਾਂ ਆਂਦੇ ਜੀ ਇਹ ਮੱਝ ਤੇ ਸਾਡੀ ਹੈ। ਉਹਨਾਂ ਆਖਿਆ ਮੱਝ ਤੁਹਾਡੀ ਹੈ ਤਾਂ ਅਸਾਂ ਮੱਝ ਖਰੀਦੀ ਹੈ। ਉਹਨਾਂ ਆਖਿਆ ਕਿਹਦੇ ਕੋਲ ਖਰੀਦੀ? ਉਹਨਾਂ ਆਖਿਆ ਉੱਥੇ ਬੰਦਾ ਸੀ ਉਹਨੇ ਬਾਹਰ ਸਾਨੂੰ ਦਿੱਤੀ ਸੀ। ਮੈਂ ਕਿੰਨੇ ਦੀ ਖਰੀਦੀ ਜੇ? ਉਹਨਾਂ ਆਖਿਆ ਜੀ 4 ਲੱਖ ਦੀ ਖਰੀਦੀ ਹੈ। ਉਹ ਜਨਾਬ ਬੰਦੇ ਨੂੰ ਉਹਨਾਂ ਆਖਿਆ ਚਲੋ ਸਾਡੇ ਨਾਲ। ਮੰਡੀ ਲੈ ਗਏ। ਉੱਥੇ ਮੰਡੀ ਜਾ ਕੇ ਉਹਨਾਂ ਆਖਿਆ ਇੱਥੇ ਬੰਦਾ ਸੀ ਉਹਨੇ ਸਾਨੂੰ ਦਿੱਤੀ ਹੈ। ਜਿਸੇ ਤੱਕਿਆ ਕੁਦਰਤੀ ਉਹ ਬੰਦਾ ਵੀ ਉੱਥੇ ਹੀ ਸੀ। ਉਹਨੇ ਆਖਿਆ ਨਾ ਨਾ ਮੈਂ ਨਹੀਂ ਵੇਚੀ ਇਹਨਾਂ ਕੇ। ਉਹਨਾਂ ਆਖਿਆ ਤੂੰ ਵੀ ਵੇਚੀ ਹੈ ਸਾਡੇ ਕੇ, ਮੇਰੇ ਕੋਲ ਗਾਂ ਲਈ ਹੈ ਤੂੰ। ਉਹਨਾਂ ਆਖਿਆ ਗਾਂ ਕਿੱਥੇ? ਉਹਨਾਂ ਆਖਿਆ ਗਾਂ ਤੇ ਵਾਕਈ ਨੇ ਵੇਚੀ ਹੈ। ਉਹਨੇ ਜਨਾਬ ਫਿਰ ਮੰਨਿਆ। ਉਹਨੇ ਆਖਿਆ ਮੈਂ ਇਹ ਮੱਝ ਨਹੀਂ ਦਿੱਤੀ, ਦੂਸਰੀ ਮੱਝ ਦਿੱਤੀ ਸੀ। ਉਹਨੇ ਆਖਿਆ ਨਾ ਨਾ ਤੂੰ ਇਹ ਦਿੱਤੀ ਸੀ। ਉਹ ਜਨਾਬ ਉਹਨਾਂ ਇੰਝ ਕੀਤਾ, ਫਿਰ ਜਿਹੜੀ ਉਹ ਗਾਂ ਸੀ ਨਾ ਜਿਹੜੀ ਬਿਮਾਰ ਸੀ, ਉਹਨਾਂ ਕਿ ਇਹ ਲੈ ਜਾਓ ਮੱਝ ਤੇ ਦੂਸਰੀ ਜਿਹੜੀ ਹੈ ਨਾ ਉਹ ਮੱਝ ਅਸਾਂ ਕੋ ਨਹੀਂ ਦੇਣੀ। ਉਹ ਫਿਰ ਇਸ ਗੱਲ 'ਤੇ ਰਾਜ਼ੀ ਹੋ ਗਏ। ਜਿਹੜੀ ਬਿਮਾਰ ਆਈ ਉਹ ਲੈ ਗਏ ਤੇ ਦੂਸਰੀ ਉਹਨੇ ਰੱਖ ਲਈ। ਤੇ ਕਈ ਵਾਰੀ ਜਿਹੜਾ ਸਿੱਧੀ ਉਂਗਲੀ ਨਾਲ ਘਿਓ ਨਹੀਂ ਨਿਕਲਦਾ, ਇਸ ਵਾਸਤੇ ਡਿੰਗੀ ਕਰਨੀ ਪੈਂਦੀ ਹੈ। ਜਵਾਨ ਨੇ ਪਤਾ ਗਰੀਬ ਬੰਦੇ ਆਏ ਤੇ ਉਹ ਲੜਾਈ ਵੀ ਹੋ ਸਕਦੀ ਸੀ, ਕੁਝ ਵੀ ਹੋ ਸਕਦਾ। ਗਰੀਬ ਜਿਹੜਾ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾ ਸਕਦਾ। ਤੇ ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਨੂੰ ਨੁਕਸਾਨ ਨਾ ਕਰੋ, ਚੀਜ਼ ਕਿਸੇ ਦੀ ਬਚਾ ਕੇ ਰੱਖੋ। ਕੋਸ਼ਿਸ਼ ਕਰੋ ਕਿ ਅਗਲੇ ਜੇ ਤੁਹਾਨੂੰ ਦਿੰਦਾ ਪਿਆ ਗਾਂ ਤੇ ਤੁਸੀਂ ਜਿਹੜੀ ਉਹਨੂੰ ਮੱਝ ਸੋਹਣੀ ਦਿਓ। ਬਾਕੀ ਮੰਡੀਆਂ 'ਚ ਧੋਖਾ ਹੁੰਦਾ, ਤੁਸੀਂ ਪਰਚੀ ਕਟਾਓ ਤੇ ਤਾਂ ਵੀ ਮਸਲਾ ਨਹੀਂ ਬਣਦਾ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਦੇ ਹੋ ਤੇ ਸਬਸਕ੍ਰਾਈਬ ਵੀ ਨਾਲ ਕਰਿਆ ਕਰੋ ਤਾਂ ਕਿ ਦਿਲ ਖੁਸ਼ ਹੋਵੇ। ਬਾਕੀ ਦੁਆਵਾਂ 'ਚ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।